ਅੱਜ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਹੋਈ ਜਿਸ ਦੇ ਵਿੱਚ ਸੈਕਟਰ 42 ਦੀ ਇੱਕ ਔਰਤ ਨੂੰ ਸੱਪ ਵੱਲੋਂ ਕੱਟਣ ਦਾ ਮੁੱਦਾ ਵੀ ਉਠਾਇਆ ਗਿਆ, ਜਿਸ ਤੇ ਨਗਰ ਨਿਗਮ ਦੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਸੰਬੰਧਿਤ ਵਾਰਡ ਦੇ ਪਾਰਕਾਂ ਦੀ ਮੋਨੀਟਰਿੰਗ ਕੀਤੀ ਜਾਵੇ ਤੇ ਉੱਥੇ ਹੀ ਜੋ ਲੋਕ ਪਾਰਕ ਦੇ ਵਿੱਚ ਰੋਟੀਆਂ ਪਾ ਰਹੇ ਨੇ ਉਹਨਾਂ ਦੇ ਚਲਾਨ ਜਾਰੀ ਕੀਤੇ ਜਾਣ। ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਵੱਲੋਂ ਪਾਈਆਂ ਗਈਆਂ ਰੋਟੀਆਂ ਨੂੰ ਖਾਣ ਲਈ ਚੂਹੇ ਆਉਂਦੇ ਨੇ ਤੇ ਉਹਨਾਂ ਦੇ ਪਿੱਛੇ ਸੱਪ ਆਉਂਦੇ ਨੇ। ਉਹਨਾਂ ਕਿਹਾ ਹੈ ਕਿ ਲੋਕਾਂ ਨੂੰ ਚੂਹਿਆਂ ਨੂੰ ਖਾਣਾ ਪਾਉਣਾ तुरंत बंद करना चाहिए है ताकि चूहों की संख्या घट हो सकती है। तभी हो सकता है जब लोग वहां पे रोटी और खाना डालना बंद करें। MOH साहब नोट करें, इनके जो पार्क्स में चूहे हैं वहां पे मॉनिटरिंग की जाए और जितने लोग वहां पे आके रोटी डाल रहे हैं उन सबके चालान किए जाए। यही सल्यूशन है जी, और कोई सल्यूशन नहीं है जी, क्योंकि लोग आके खाना डालते हैं और खाना डालने के बाद वो खाने के पीछे चूहा आता है, चूहे के पीछे सांप आता है। सो उसी एरिया के रेसिडेंट्स को हमें रोकना पड़ेगा। और मेरी आपसे भी बेनती है, प्लीज अपने रेसिडेंट्स को भी रिक्वेस्ट करिए कि ऐसे हैबिट से वो परहेज करें। ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਵਿੱਚ ਵੈਂਡਰਾਂ ਦੇ ਲਈ ਮੁੱਢਲੀਆਂ ਸਹੂਲਤਾਂ ਦਾ ਮੁੱਦਾ ਉਠਾਇਆ ਗਿਆ। ਦਰਅਸਲ ਮਾਰਕੀਟਾਂ ਦੇ ਵਿੱਚ ਔਰਤ ਵੈਂਡਰਾਂ ਦੇ ਲਈ ਪਖਾਨੇ ਦੀ ਮੁੱਢਲੀ ਸਹੂਲਤ ਵੀ ਨਹੀਂ ਹੈ, ਜਿਸ ਉੱਤੇ ਨਗਰ ਨਿਗਮ ਦੀ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਚੀਫ ਆਰਕੀਟੈਕਟ ਤੋਂ ਮਨਜ਼ੂਰੀ ਤੋਂ ਬਾਅਦ ਹੀ ਇਨਫਰਾਸਟ੍ਰਕਚਰ ਖੜੇ ਕੀਤੇ ਜਾਣ ਦੀ ਗੱਲ ਆਖੀ ਹੈ। ਉੱਥੇ ਹੀ ਬੈਠਕ ਦੇ ਵਿੱਚ ਹੁਣ ਤੱਕ ਗੱਡੀ ਦੇ ਥੱਲੇ ਆ ਕੇ ਦਬਕੇ ਮਰਨ ਵਾਲੇ 2 ਕਰਮਚਾਰੀਆਂ ਦੀ ਮੌਤ ਦਾ ਮੁੱਦਾ ਵੀ ਉਠਾਇਆ ਗਿਆ ਤੇ ਇਸ ਉੱਤੇ ਬੋਲਦਿਆਂ ਹੋਇਆ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਉਹਨਾਂ ਦੀ ਯੋਗਤਾ ਦੇ ਮੁਤਾਬਿਕ ਹੀ ਨੌਕਰੀ ਦਿੱਤੀ ਜਾਵੇਗੀ। ਅੱਜ ਜੋ ਏਜੰਡੇ ਪਾਸ ਹੋਏ ਹੈ ਉਹ ਵੈਸੇ ਸਾਰੇ ਡਿਵੈਲਪਮੈਂਟ ਦੇ ਏਜੰਡੇ ਸੀਗੇ, ਜਿਵੇਂ ਕਾਮੇਡੀ ਸੈਂਟਰ ਹੈ ਜੋ ਹਮਾਰੀ ਡਿਸੇਬਿਲਿਟੀ ਹੈ ਉਹਨਾਂ ਲਈ ਅਸੀਂ ਕੀ ਸਟਰਕਚਰ ਬਣਾ ਸਕਦੇ ਹਾਂ। ਉਹ ਸੀ ਕਿ 34 ਦਾ ਪ੍ਰੇਮਲਤਾ ਦਾ ਸੀਗਾ, ਵਾਰਡ ਦਾ ਟਾਇਲਸ ਲਗਾਉਣ ਦਾ ਸੀਗਾ, ਬਾਪੂ ਧਾਮ ਕਲੋਨੀ 'ਚ ਸੀਵਰੇਜ ਪਾਈਪਲਾਈਨ ਦਾ ਪੈਂਦਾ ਸੀਗਾ, ਕਿਸ਼ਨਗੜ੍ਹ ਜੋ ਟਿਊਬਵੈਲ ਤੋਂ ਜੋ ਪਾਈਪਲਾਈਨ ਪਾਣੀ ਹੈ ਉਹ ਸੀਗਾ। ਤੇ ਬਾਕੀ ਮੇਨ ਸਾਰੇ ਡਿਵੈਲਪਮੈਂਟ ਦੇ ਏਜੰਡੇ ਦੇ ਸੀਗੇ। ਤੇ ਜਿਵੇਂ ਹੋਰ ਮੇਰੇ ਖਿਆਲ 22 ਦੇ ਪਾਰਕ ਦਾ ਵੀ ਇੱਕ ਮੁੱਦਾ ਸੀਗਾ ਜਿਹੜਾ ਸੈਂਸਰੀ 22 ਚ ਸੈਂਸਰੀ ਪਾਰਕ ਬਣਾਉਣ ਦਾ ਸੀਗਾ, ਜੋ ਸਾਰੇ ਸਹਿਮਤੀ ਨਾਲ ਪਾਸ ਹੋ ਗਏ। ਮੈਡਮ ਆਮ ਆਦਮੀ ਪਾਰਟੀ ਨੇ ਆਰੋਪ ਲਗਾਇਆ ਔਰ ਕਾਂਗਰਸ ਨੇ ਵੀ ਕਿ ਭੇਦਭਾਵ ਦਾ ਰਵੱਈਆ ਜਿਹੜਾ ਹੈ ਬੀਜੇਪੀ ਅਪਣਾ ਰਹੀ ਹੈ, ਸਾਡੇ ਕਾਰਡਾਂ ਦੇ ਉੱਤੇ ਸਾਡੇ ਪਾਰਸ਼ਦ ਦਾ ਨਾਮ ਨਹੀਂ ਹੈ। ਨਹੀਂ ਦੇਖੋ, ਬਿਲਕੁਲ ਵੀ ਇਹ ਕਦੇ ਨਹੀਂ ਕਹਿ ਸਕਦੇ ਹੈ ਕਿ ਇਹ ਬੀਜੇਪੀ, ਕਿਉਂਕਿ ਮੈਂ ਆਪਣੇ ਅਰੁਣ ਸੂਦ ਜੀ ਦਾ ਬਹੁਤ ਦਿਲੋਂ ਧੰਨਵਾਦ ਕਰ, ਕਦੇ ਉਹਨਾਂ ਨੇ ਇੰਟਰਫੇਅਰ ਨਹੀਂ ਕੀਤਾ ਹੈਗਾ। ਕਿਉਂਕਿ ਇਹਨਾਂ ਦੇ ਜੋ ਮਤਲਬ ਮੇਨ ਨੇ ਆਪ ਗਰਗ ਜੀ ਨੇ ਜੇ ਕੱਲ੍ਹ ਕਿਹਾ ਸੀਗਾ, ਦੇਖੋ ਨੱਡੂ ਮਾਜਰਾ ਦਾ ਇੰਨਾ ਵੱਡਾ ਮੁੱਦਾ ਸੀਗਾ ਕਿ ਕੁਲਦੀਪ ਐਂਡ ਤੱਕ ਕਹਿ ਰਿਹਾ ਸੀਗਾ ਕਿ ਮੇਰੀ ਪਾਰਟੀ ਦਾ ਪ੍ਰੈਸ਼ਰ ਹੈ ਕਿ ਅਸੀਂ ਨਹੀਂ ਆਣਾ। ਦੇਖੋ ਇਹ ਇੱਕ ਕਾਰਡ ਕਰਕੇ ਅਸੀਂ ਇੱਕ ਵਾਰਡ ਦਾ ਡਿਵੈਲਪਮੈਂਟ ਦੇ ਪੂਰੇ ਸ਼ਹਿਰ ਦੇ ਡਿਵੈਲਪਮੈਂਟ ਦਾ ਏਜੰਡਾ ਹੈ। ਤੇ ਮੈਂ ਨਹੀਂ ਸਮਝਦੀ ਇੱਕ ਕਾਰਡ ਕਰਕੇ ਅਸੀਂ ਇਹਨਾਂ ਹੁਣ ਰੋਜ਼ ਗਾਰਡਨ 'ਚ ਦੇਖੋ ਕਿੰਨੇ ਫੰਕਸ਼ਨ ਹੁੰਦੇ, ਐਡਮਿਨ ਦੇ ਵੀ ਹੁੰਦੇ, ਕਾਰਪੋਰੇਸ਼ਨ ਦੇ, ਸੌਰਵ ਜੋਸ਼ੀ ਦਾ ਵੀ ਨਾਮ ਹੁੰਦਾ, ਅਨੂਪ ਗੁਪਤਾ ਜੀ ਦੇ ਵਾਰਡ 'ਚ ਟੈਗੋਰ ਥੀਏਟਰ, ਉੱਥੇ ਇੰਨੇ ਫੰਕਸ਼ਨ ਆਨੇ ਕਿ ਉਹਨਾਂ ਦੇ ਕਾਉਂਸਲਰ ਦਾ ਨਾਮ ਆਉਂਦਾ। ਮੇਨ ਸਾਨੂੰ ਇਸ ਚੀਜ਼ ਤੋਂ ਹਟ ਕੇ ਕਿ ਆਪਣਾ ਕਾਰਡ ਤੇ ਨਾਮ ਨਹੀਂ, ਅਸੀਂ ਆਪਣੇ ਸ਼ਹਿਰ ਵਾਸਤੇ ਵਧੀਆ ਕਰ ਰਹੇ ਹਾਂ। ਮੈਂ ਤਾਂ ਕਹਿੰਦੀ ਅਗਲੀ ਵਾਰ ਮੈਨੂੰ ਵੀ ਆਪਣੇ ਕਾਰਡ ਤੇ ਨਾਮ ਨਹੀਂ, ਮੈਂ ਤੁਹਾਡਾ ਲਿਖਵਾ ਦੂੰਗੀ। ਇੱਕ ਆਨੰਦਿਤਾ ਮਿੱਤਰਾ ਮੈਮ ਜੋ ਬਿਲਕੁਲ ਸਹੀ ਗੱਲ ਹੈ ਕਿ ਦੇਖੋ ਪਿੱਛੇ ਰਹਿ ਕੇ ਸਾਰਾ ਜੋ ਕਰ ਰਹੇ ਹਾਂ, ਅਸੀਂ ਤਾਂ ਸਿਰਫ ਰਿਬਨ ਕੱਟਦੇ ਜਾ ਰਹੇ ਹਾਂ, ਤੁਸੀਂ ਪੂਰੀ ਟੈਕਨੀਕਲ ਜੋ ਪਿੱਛੇ ਪ੍ਰੋਸੀਜਰ ਕਰ ਰਹੇ ਹਾਂ। ਕੱਲ੍ਹ ਤੁਸੀਂ ਦੇਖਿਆ ਉਹਨਾਂ ਕਾਰਡ 'ਚ ਉਹਨਾਂ ਦਾ ਨਾਮ ਹੀ ਨਹੀਂ ਸੀਗਾ। ਇੱਕ ਆਪਾਂ ਕਾਰਡ ਦੇ ਨਾਂ ਕਰਕੇ ਇਸ ਤਰ੍ਹਾਂ ਵੀ ਇਸ਼ੂ ਕ੍ਰੀਏਟ ਕਰੀਏ, ਇਹ ਤਾਂ ਕੋਈ ਗੱਲ ਨਹੀਂ। ਅਗਰ ਕਿਸੇ ਦੇ ਹਾਈ ਕੋਰਟ ਦੀ ਸਟੇ ਹੈ ਤਾਂ ਉਹ ਮੁੱਦਾ ਅਲੱਗ ਹੈ, ਅਦਰਵਾਈਜ਼ ਕੱਲ੍ਹ FNCC 'ਚ ਵੀ ਇਹ ਗਾਂਧੀ ਜੀ ਦਾ ਪਾਸ ਹੋਇਆ। ਇਸ ਤਰ੍ਹਾਂ ਦੀ ਕੋਈ ਮਤਲਬ ਅਸੀਂ ਪਾਰਸ਼ੈਲਿਟੀ ਨਹੀਂ ਕਰ ਰਹੇ ਹੈਗੇ। ਮੈਂ ਤਾਂ ਖਾਸ ਕਰ ਪਹਿਲੇ ਦਿਨ ਤੋਂ ਹੀ ਚੀਏ ਨਾ ਮੈਂ BJP ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਦਾ ਏਜੰਡਾ ਆਉਂਦਾ ਅਸੀਂ ਕਦੇ ਨਹੀਂ, ਮੈਂ ਕਦੇ ਰੋਕਿਆ ਹੈਗਾ। ਭਾਵੇਂ ਤੁਸੀਂ FNCC 'ਚ ਪਿਛਲੇ ਕਿੰਨੇ ਪਾਸ ਹੁੰਦੇ ਹੈ। ਔਰ ਜਿਵੇਂ ਅੰਜੂ ਕਤਿਆਲ ਜੀ ਦਾ ਸੀਗਾ 2 ਕਰੋੜ ਦਾ ਦੇਖੋ ਏਜੰਡਾ ਸੀਗਾ, ਉਹ ਮੈਂ ਆਪਣੇ ਵਾਰਡ 'ਚ ਵੀ ਐਜ਼ ਏ ਮੇਅਰ ਮੈਨੂੰ ਸਾਰੇ ਕਹਿੰਦੇ ਤੁਸੀਂ ਆਪਣੇ ਵਾਰਡ 'ਚ ਕੀਤਾ, ਮੈਂ ਆਪਣੇ ਵਾਰਡ 'ਚ ਵੀ ਲੈ ਕੇ ਜਾ ਸਕਦੀ ਸੀ, ਪਰ ਮੈਂ ਇਹ ਚੀਜ਼ ਕਦੇ ਨਹੀਂ ਕੀਤੀ ਹੈਗੀ ਕਿ ਠੀਕ ਹੈ ਹਰੇਕ ਵਾਰਡ ਦਾ ਡਿਵੈਲਪਮੈਂਟ ਹੋਣਾ ਚਾਹੀਦਾ। ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਯੋਗੇਸ਼ ਢਿੰਗਰਾ ਨੇ ਕਿਹਾ ਹੈ ਕਿ ਉਹਨਾਂ ਦੀ ਕੌਂਸਲਰਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਹੈ, ਕਿਉਂਕਿ ਜੋ ਵੀ ਉਹਨਾਂ ਦੇ ਵਾਰਡ ਵਿੱਚ ਕੋਈ ਸਮਾਗਮ ਹੁੰਦਾ ਹੈ ਤਾਂ ਉਸ ਦੇ ਇਨਵੀਟੇਸ਼ਨ ਕਾਰਡ ਤੇ ਉਹਨਾਂ ਦਾ ਨਾਮ ਤੱਕ ਨਹੀਂ ਲਿਖਿਆ ਜਾਂਦਾ, ਜੋ कि सरासर गलत है। सर मेन पॉइंट ये है, जो कार्ड इनविटेशन कार्ड दिया जाता है उसके ऊपर आम आदमी पार्टी के काउंसलर का नाम नहीं लिखा जा रहा, बट अगर वही बीजेपी के किसी काउंसलर के वार्ड का काम हो रहा है, वहाँ पे जो इनविटेशन आता है वहाँ पे नाम लिखा जाता है। हम यही मांग करें कि अगर
जब इनॉग्रेशन जहाँ पे हुआ है तो फिर वो नेम प्लेट पे नाम क्यों लगा रहे हैं? वहाँ से भी हटा दीजिए हमारा, क्योंकि हमने भी अपने जो एरिया के RWs हैं या लोकल जो रेजिडेंट हैं, अब मेरे वार्ड में कोई इवेंट हो रहा है तो मैं अपनी पब्लिक को कैसे इनवाइट करूँगा? MCC तो सबके लिए है, तो सबको इनको कंट्रीब्यूशन करना चाहिए। सब लोग आएंगे तो मैं किस बिहाफ में लोगों को वहाँ पे बुला सकता हूँ? इसलिए हमने यही रिक्वेस्ट करी है कि पार्टी लाइन से ऊपर उठ के काम करिए। जो भी एरिया में जहाँ पे भी काम हो रहा है उस काउंसलर का नाम जरूर ऐड करना चाहिए, ताकि वो अपने जो रेजिडेंट वेलफेयर एसोसिएशन के मेंबर्स हैं प्लस जो लोकल रेजिडेंट हैं उनको भी वहाँ पे इनवाइट करें। ਉੱਥੇ ਹੀ ਕਾਂਗਰਸ ਪਾਰਟੀ ਦੇ ਕਾਉਂਸਲਰ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਦੂਜਿਆਂ ਦੇ ਏਜੰਡੇ ਰੋਕੇ ਜਾਂਦੇ ਨੇ ਤੇ ਕਈਆਂ ਦੇ ਏਜੰਡੇ ਪਾਸ ਕੀਤੇ ਜਾਂਦੇ ਨੇ ਤੇ ਪਿਕ ਐਂਡ ਚੂਜ਼ ਦਾ ਮਾਮਲਾ ਇੱਥੇ ਚੱਲ ਰਿਹਾ ਹੈ, जिस ਦਾ ਉਹ ਵਿਰੋਧ ਕਰਦੇ ਨੇ। कई बार क्या होता है, जो सत्ताधारी पक्ष है, जो उनके लोग हैं, उनके लिए ज़्यादा सुनाई होती है। कोई दिल्ली से फ़ोन आते हैं, कहीं MP के फ़ोन आते हैं, लेकिन जो विपक्ष के काउंसलर हैं उनको एजेंडों के लिए उन्हें रुलाया जाता है, उन्हें गिराया जाता है कि वो तरले करें। तो वही बात थी भी अगर कोई, मैंने इनको कहा, एक केस था जहाँ 53 सेक्टर की एक बात है कि किसी ने जो ग्रीन बेल्ट है उसके अंदर कंक्रीट का ट्रैक डालने की कोशिश की, उसकी जगह को पक्का करने की कोशिश की, उसे लेकर बलविंदर सिंह नाम का व्यक्ति है जो हाई कोर्ट में गया, उन्होंने PAL डाली। ऐसे ही अरुण सूद जी थे, उन्होंने 37 के पार्क के अंदर कंक्रीट का सिस्टम बनाने की कोशिश की, तब उसको लेकर PAL डाली। तो उसे लेके ये ऑर्डर था कि इन जगहों को रोका जाए, इन जगहों के ऊपर स्टे लगाया था कोर्ट ने कि यहाँ आप इस आगे कोई कंक्रीट ना हो, यहाँ पेवर ब्लॉक का काम ना करो, ना कि पूरे शहर में। उसे लेकर के चंडीगढ़ के जो चीफ आर्किटेक्ट है उन्होंने एक रिटर्न दे दिया कि ठीक है जी, कोशिश हो कि हम चंडीगढ़ में ज़्यादा से पेवर ना लगाए, लेकिन किसी ने भी कहीं ये मेंशन नहीं किया, कोई सेक्टर नहीं, कोई पर्टिकुलर जगह नहीं कि यहाँ नहीं हो सकती। देखिए, जिनके पास करने होते हैं उनके भी सेक्शन भी पास कर देते हैं, उनके हर जगह पास होते हैं। भी ये तो गाँव है जी, कॉलोनी, अगर वो गाँव में कॉलोनी है तो क्या हर चीज़ भी वहाँ मेंशन नहीं हुई कि चीफ आर्किटेक्ट ने गाँव कॉलोनी का नहीं कहा कि उसने सिर्फ सेक्टर का ही कहा है। ਜਗਬਾਣੀ TV ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋर्ट।